प्यारे दर्शकों, इस चैनल ते आप सब का स्वागत है। मैं कहानीकारा बलवीर कौर रिहल तुहाडे लई लैके हाजिर होई हाँ कहानी मेरे हिस्से दी मिट्टी। उम्मीद है तुहानू सबनू ये कहानी पसंद आएगी। मैं जदों कनेडा हुंदा तां मेरी रूह पंजाब 'च भटकदी है। मेरा मन नहीं टिकदा। किन्नी हड्ड भन्नवी मेहनत मैं उत्थे जाके कीती आ। बड़ा सारा मेरा मकान है। एक दिन वो भी सन जदों मेरे कोल उत्थे छोटा जिहा मकान सी। मेरियां लत्तां मसी बेसमेंट विच सिद्धियां हुंदियां। मेरा दम घुटदा सी उस घर विच। पंजाब मेरा एडा वड्डा घर, खुला विहड़ा, पशुआं दा बग, खुले डुले खेत, लोग आके घर दे काम करदे ते कनेडा पुज के मैं लोकां दे वध डॉलर कमाउण दे चक्कर विच मैं ओवर टाइम लाउंदा। मेरी कुड़ी मैनू बहुत मिस करन लग पई। रात नूं मैं 1:30 वजे घर पुजदा ਉਹ ਸੌਂ ਚੁੱਕੀ ਹੁੰਦੀ ਤੇ ਜਦੋਂ ਮੇਰੀ ਅੱਖ ਖੁੱਲਦੀ ਮੇਰੀ ਘਰ ਵਾਲੀ ਉਹਨੂੰ ਸਕੂਲ ਛੱਡ ਕੇ ਆਪ ਕੰਮ ਤੇ ਤੁਰ ਜਾਂਦੀ। ਮੇਰੀ ਕੁੜੀ ਦੇ ਚਿਹਰੇ ਤੇ ਇੱਕ ਉਦਾਸੀ ਰਹਿਣ ਲੱਗ ਪਈ। ਉਹ ਬਿਟਰ ਤੱਕਦੀ। ਫਿਰ ਘਰ ਵਿੱਚ ਦੂਜਾ ਜੀ ਆ ਗਿਆ। ਮੇਰੀ ਕੁੜੀ ਦੀ ਉਦਾਸੀ ਕੁਝ ਘਟ ਗਈ। ਹੁਣ ਉਹ ਪਹਿਲਾਂ ਨਾਲੋਂ ਹੱਸਦੀ ਖੇਡਦੀ ਮੁੰਡੇ ਨਾਲ ਘੁਲ ਮਿਲ ਗਈ ਸੀ। ਉਹਦੇ ਚਿਹਰੇ ਦੀ ਰੌਣਕ ਮੈਨੂੰ ਚੰਗੀ ਲੱਗਣ ਲੱਗ ਪਈ। ਮੇਰੀ ਬੇਟੀ ਤਾਂ ਖੁਸ਼ ਹੈ ਪਰ ਮੈਂ ਉਦਾਸ ਹਾਂ। ਵੱਡਾ ਘਰ ਹੈ, ਵੱਡੀ ਗੱਡੀ ਹੈ, ਨਿਆਣੇ ਹਨ, ਪਤਨੀ ਦਾ ਸੁਭਾਅ ਵੀ ਚੰਗਾ ਹੈ। ਹੁਣ ਤਾਂ ਮੇਰੇ ਕੋਲ ਵੱਡਾ ਸਟੋਰ ਵੀ ਹੈ। ਮੈਂ ਦਿਨ ਰਾਤ ਮਿਹਨਤ ਕਰਕੇ ਵੱਡਾ ਸਟੋਰ ਖਰੀਦ ਲਿਆ ਹੈ। ਕੀ ਗੱਲ ਹੈ? ਮੈਂ ਕਿਉਂ ਭਟਕ ਰਿਹਾ ਹਾਂ? ਮੇਰੀ ਰੂਹ ਪੰਜਾਬ ਵਿੱਚ ਧੜਕਦੀ ਆ। ਪਿੱਛੇ ਮਾਂ ਵੀ ਹੈ ਨਹੀਂ ਜਿਹਦੀ ਮੈਨੂੰ ਖਿੱਚ ਹੋਊਗੀ। ਇੱਕ ਤੋਂ ਵੱਧ 3 ਪਤਾ ਨਹੀਂ ਕਿੰਨੇ ਪੈਗ ਪੀ ਜਾਂਦਾ ਹਾਂ। ਸਾਲਾ ਨਸ਼ਾ ਚੜਦਾ ਹੀ ਨਹੀਂ। ਇੰਟਰਨੈਟ ਤੇ ਬੈਠ ਕੇ ਮੈਂ ਆਪਣੀ ਦਾਦੀ ਨਾਲ ਗੱਲਾਂ ਕਰਦਾ ਹਾਂ ਘੰਟਿਆਂ ਬੱਧੀ। ਉਹਨੂੰ ਰੋਜ਼ ਹੀ ਫੋਨ ਕਰਦਾ ਹਾਂ। ਅਰਥ ਸਾਈਟ ਖੋਲ ਕੇ ਮੈਂ ਆਪਣੇ ਪਿੰਡ ਦੀਆਂ ਫਿਰਨੀਆਂ, ਆਪਣੇ ਖੇਤ, ਪਸ਼ੂਆਂ ਦਾ ਬਾੜਾ, ਇਕੱਲੀ ਪਿੰਡ ਦੀ ਡੰਡੀ ਵੇਖਦਾ ਹਾਂ। ਮੈਂ ਇਕੱਲਾ ਬੈਠਾ ਹੀ ਪਿੰਡ ਦੀਆਂ ਬਹਾਰਾਂ ਮਾਣਦਾ ਹਾਂ। ਮੇਰੀ ਸੁਰਤੀ ਟੁੱਟ ਜਾਂਦੀ ਹੈ। ਮੈਂ ਪਿੰਡ ਨਹੀਂ ਕੈਨੇਡਾ ਹਾਂ। ਮੈਂ ਕੰਪਿਊਟਰ ਸ਼ਟ ਡਾਊਨ ਕਰਕੇ ਉਦਾਸ ਹੋ ਜਾਂਦਾ ਹਾਂ। ਪਤਨੀ ਅੰਦਰ ਜਾ ਕੇ ਸੌਂ ਜਾਂਦੀ ਹੈ। ਮੈਨੂੰ ਨੀਂਦ ਨਹੀਂ ਆਉਂਦੀ। ਪਿਛਲੀ ਵਾਰ ਗਿਆ ਮੈਂ ਪਿੰਡ ਗੱਡੀ ਖਰੀਦ ਕੇ ਖੜੀ ਕਰ ਆਇਆ। ਇਸ ਵਾਰੀ ਮੈਂ ਪੰਜਾਬ ਆਇਆ ਹਾਂ। ਪਹਿਲਾਂ ਨਾਲੋਂ ਵੀ ਵੱਡੀ ਗੱਡੀ ਖਰੀਦੀ ਹੈ। ਇੱਕ ਉਹ ਦਿਨ ਵੀ ਸਨ ਜਦੋਂ ਇੱਥੇ ਰਾਤਾਂ ਜਾਗ ਸੱਪਾਂ ਦੀਆਂ ਸਿਰੀਆਂ ਮਿੰਧਦੇ ਸੀ। ਕਈ ਰਾਤਾਂ ਖੇਤਾਂ 'ਚ ਪਾਣੀ ਲਾਉਣਾ। ਸਾਰੇ ਪਿੰਡ ਨਾਲੋਂ ਫਸਲ ਵੱਧ ਹੁੰਦੀ ਸੀ। ਕੰਮ ਵੀ ਸਾਰੇ ਪਿੰਡ ਨਾਲੋਂ ਪਹਿਲਾਂ ਕਰਕੇ ਵਿਹਲੇ ਹੋ ਜਾਈਦਾ ਸੀ। ਚਾਰ ਪਾਸੇ ਮੋਟਰਾਂ ਸਨ। ਇੱਕ ਅੱਧ ਕੁੜੀ ਰਾਤ ਨੂੰ ਆ ਹੀ ਜਾਂਦੀ ਸੀ। ਕੈਨੇਡਾ ਵੀ ਕੁੜੀਆਂ ਦਾ ਘਾਟਾ ਨਹੀਂ। ਕਿੱਥੇ ਪਿੰਡ ਦੀਆਂ ਕੁੜੀਆਂ, ਕਿੱਥੇ ਆ ਮੇਮਾ। ਜ਼ਮੀਨ ਅਸਮਾਨ ਦਾ ਫਰਕ ਹੈ। ਚਿੱਟੀ ਚਮੜੀ ਹਰਲ ਕਰਦੀ ਫਿਰਦੀ ਆ ਅੱਗੇ ਪਿੱਛੇ। ਪਰ ਆ ਰੂਹ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੈ। ਪਿੰਡ ਮੇਰੇ ਕੋਲ ਟੁੱਟਿਆ ਸਾਈਕਲ ਹੁੰਦਾ ਸੀ। ਫਿਰ ਵੈਸਪਾ ਸਕੂਟਰ ਲਿਆਂਦਾ। ਹੁਣ ਪਿੰਡ ਜਾਈਦਾ। ਹਰੇਕ ਵਾਰੀ ਨਵੀਂ ਗੱਡੀ ਖਰੀਦ ਦੇਈਦੀ ਆ। ਪਿੰਡ ਜਾਣਾ ਕਿੱਥੇ ਆ? ਬੁੱਢੇ ਦਾਦਾ ਦਾਦੀ ਆ, ਚਾਚਾ ਚਾਚੀ ਤੇ ਉਹਨਾਂ ਦੇ ਨਿਆਣੇ ਠੇਕੇ ਤੇ ਲੈ ਕੇ ਕਈ ਪਿੰਡਾਂ ਦੀ ਜ਼ਮੀਨ ਵਾਹੀ। ਜੱਟ ਕਦੇ ਜ਼ਮੀਨ ਨਾਲ ਰੱਜਦਾ ਨਹੀਂ। ਪਿੱਛੇ ਪੈਸਾ ਸਿੱਟਿਆ, 10 ਖੇਤ ਖਰੀਦ ਲਏ, ਨਵਾਂ ਟਰੈਕਟਰ ਲੈ ਲਓ, ਖੇਤੀ ਦੇ ਸਾਰੇ ਸੰਦ ਬਣਾ ਕੇ ਦਿੱਤੇ ਆ।
ਮਸੀ ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਚੋਂ ਬਾਹਰ ਨਿਕਲਿਆ, ਨਹੀਂ ਤਾਂ ਮੂਲ ਨਾਲੋਂ ਵਿਆਜ ਵੱਧ ਸਿਰ ਹੋਇਆ ਰਹਿੰਦਾ ਸੀ। ਮੇਰੀ ਬੇਟੀ ਜਿੱਦ ਕਰ ਰਹੀ ਆ, ਪਾਪਾ ਪਾਪਾ ਕੇਕ ਕੱਟੋ। ਉਹਨੇ ਮੇਰੇ ਜਨਮ ਦਿਨ ਤੇ ਮੇਰੀ ਇਜਾਜ਼ਤ ਤੋਂ ਬਗੈਰ ਹੀ ਕੇਕ ਮੰਗਵਾ ਲਿਆ ਹੈ। ਘਰ ਪਾਰਟੀ ਰੱਖੀ ਹੋਈ ਹੈ ਤੇ ਮੈਨੂੰ ਕੇਕ ਕੱਟਣ ਲਈ ਆਖ ਰਹੀ ਹੈ। ਮੇਰੀਆਂ ਤਾਹਾਂ ਨਿਕਲ ਜਾਂਦੀਆਂ ਹਨ। ਮੇਰੀ ਬੇਟੀ ਨੂੰ ਮੇਰੀਆਂ ਤਾਹਾਂ ਦੀ ਸਮਝ ਨਹੀਂ ਆਉਂਦੀ, ਅਜੇ ਨਿਆਣੀ ਆ। ਜੇ ਅੱਜ ਮੇਰਾ ਜਨਮ ਦਿਨ ਹੈ ਤਾਂ ਦੂਜੇ ਬੰਨੇ ਅੱਜ ਦੇ ਦਿਨ ਹੀ ਮੇਰੀ ਮਾਂ ਮਰੀ ਸੀ। ਮੇਰੇ ਜਨਮ ਦੇ ਘੰਟੇ ਮਗਰੋਂ ਹੀ ਮੈਨੂੰ ਅਨਾਥ ਕਰਕੇ ਛੱਡ ਕੇ ਤੁਰ ਗਈ ਸੀ। ਸਾਰੇ ਰਿਸ਼ਤੇਦਾਰ ਇਕੱਠੇ ਹੋਏ, ਮੇਰੀ ਮਾਂ ਨੂੰ ਸਿਵਿਆਂ 'ਚ ਅਗਨੀ ਦੇ ਹਵਾਲੇ ਕਰ ਆਏ ਤੇ ਮੈਂ ਪਿੱਛੇ ਆਪਣਾ ਅੰਗੂਠਾ ਚੁੰਗਦਾ ਮੰਜੇ ਤੇ ਦੁਨੀਆ ਤੋਂ ਬੇਸੁੱਧ ਪਿਆ ਸੀ। ਮੈਨੂੰ ਦੁਨੀਆਦਾਰੀ ਦੀ ਕੋਈ ਸੋਝੀ ਨਹੀਂ ਸੀ। ਨਾਨੀ ਮੈਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ। ਮੈਂ ਉਹਦੀ ਧੀ ਦਾ ਖੂਨ ਸੀ। ਕੁਝ ਮਹੀਨੇ ਮੈਂ ਨਾਨਕੀ ਰਿਹਾ। ਮੇਰੀ ਮਾਮੀ ਮੈਨੂੰ ਕੁੱਤੇ ਝਿੜਕੇ ਮਾਰਦੀ। ਮੇਰੇ ਦਾਦਾ ਦਾਦੀ ਮੈਨੂੰ ਆਪਣੇ ਨਾਲ ਹੀ ਪਿੰਡ ਲੈ ਆਏ। ਮੇਰੇ ਲਈ ਦਾਦੀ ਹੀ ਮੇਰੀ ਮਾਂ ਸੀ। ਮੈਂ ਉਹਦੇ ਅੱਗੇ ਪਿੱਛੇ ਘੁੰਮਦਾ, ਉਹ ਮੇਰਾ ਸਿਰ ਵਾਹੁੰਦੀ, ਗੁੱਟੀ ਕਰਦੀ, ਮੈਨੂੰ ਸਕੂਲੇ ਤੋਰਦੀ। ਮੁੜ ਕੇ ਆਉਂਦੇ ਦਾ ਰਾਹ ਤੱਕਦੀ ਮੈਂ ਜਰਾ ਲੇਟ ਹੋ ਜਾਂਦਾ, ਉਹਦੇ ਕਾਲਜੇ ਨੂੰ ਕੁਝ ਹੋਣ ਲੱਗ ਪੈਂਦਾ। ਜੇ ਕੋਈ ਝਿੜਕਾ ਮਾਰਦਾ, ਦਾਦੀ ਉਹਨੂੰ ਟੁੱਟ ਕੇ ਪੈਂਦੀ। ਖਬਰਦਾਰ ਜੇ ਮੇਰੇ ਮੁੰਡੇ ਨੂੰ ਕਿਸੇ ਨੇ ਕੁਝ ਕਿਹਾ ਤਾਂ ਸੀਰ ਮੈਂ ਪੀ ਲਊਂ। ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ, ਦਾਦੀ ਦੀਆਂ ਅੱਖਾਂ ਨੂੰ ਇੱਕ ਨਸ਼ਾ ਜਿਹਾ ਚੜੀ ਗਿਆ। ਉਹ ਜਿੱਥੇ ਵੀ ਵਾਂਢੇ ਜਾਂਦੀ, ਇੱਕ ਹੱਥ ਉਹਦੇ ਝੋਲਾ ਹੁੰਦਾ, ਦੂਜੇ ਹੱਥ ਮੇਰੀ ਉਂਗਲੀ ਹੁੰਦੀ। ਕੁਝ ਸਾਲਾਂ ਵਿੱਚ ਹੀ ਸਾਡੇ ਘਰ ਗਾਜੇ ਵਾਜੇ ਵੱਜੇ, ਵੱਡਾ ਇਕੱਠ ਹੋਇਆ। ਮੇਰੇ ਪਿਓ ਦਾ ਵਿਆਹ ਧੂਮ-ਧਾਮ ਨਾਲ ਹੋਇਆ। ਨਾਲ ਹੀ ਮੇਰੇ ਚਾਚੇ ਦਾ ਵੀ ਵਿਆਹ ਕੀਤਾ ਗਿਆ। ਇੱਕੋ ਵਾਰੀ ਘਰ ਵਿੱਚ 2 ਵਹੁਟੀਆਂ ਆ ਗਈਆਂ। ਸਾਰੇ ਮੈਨੂੰ ਆਖਣ, ਆਪਣੀ ਮੰਮੀ ਕੋਲ ਜਾ, ਉਹ ਤੇਰੀ ਨਵੀਂ ਮੰਮੀ ਆ। ਘਰ 'ਚ ਕਈ ਦਿਨ ਚਹਿਲ ਪਹਿਲ ਰਹੀ। ਮੈਨੂੰ ਤਾਂ ਮੇਰੀ ਦਾਦੀ ਹੀ ਮੇਰੀ ਮਾਂ ਲੱਗਦੀ ਸੀ। ਕੁਝ ਵਰੇ ਸਭ ਚੱਲਦਾ ਰਿਹਾ। ਮੈਂ ਚੁੱਪਚਾਪ ਦੇਖਦਾ ਰਿਹਾ। ਜ਼ਮੀਨ ਨੂੰ ਲੈ ਕੇ ਘਰ ਵਿੱਚ ਕਲਾ ਕਲੇਸ਼ ਵੱਧ ਰਿਹਾ ਸੀ। ਮੇਰਾ ਪਿਓ ਤੇ ਮੇਰੀ ਮਤਰੇਈ ਮਾਂ ਬਾਕੀ ਪਰਿਵਾਰ ਨਾਲੋਂ ਅਲੱਗ ਹੋ ਗਏ। ਵੰਡ ਵੇਲੇ ਮੈਂ ਵੀ ਆਪਣੇ ਪਿਓ ਨਾਲ ਦੂਜੇ ਘਰ ਵਿੱਚ ਵੰਡਿਆ ਗਿਆ। ਘਰ ਵਿੱਚ ਹੁਣ ਮੇਰਾ ਇੱਕ ਛੋਟਾ ਭਰਾ ਵੀ ਆ ਗਿਆ। ਮੇਰੀ ਮਾਂ ਉਹਨੂੰ ਲਾਡ ਕਰਦੀ ਤੇ ਮੇਰੇ ਨਾਲ ਹਰ ਕੰਮ ਵਿੱਚ ਵਿਤਕਰਾ ਕਰਦੀ। ਮੈਨੂੰ ਰੱਜਵੀਂ ਰੋਟੀ ਵੀ ਨਾ ਮਿਲਦੀ। ਮੈਂ ਅੱਖ ਬਚਾ ਕੇ ਆਪਣੀ ਦਾਦੀ ਕੋਲ ਨੱਠ ਆਉਂਦਾ। ਦਾਦੀ ਮੈਨੂੰ ਮੱਖਣ ਨਾਲ ਰੋਟੀ ਖਵਾਉਂਦੀ, ਕਈ ਚੀਜ਼ਾਂ ਮੇਰੇ ਲਈ ਇਕੱਠੀਆਂ ਕਰਕੇ ਰੱਖਦੀ, ਮੈਨੂੰ ਘੁੱਟ ਕੇ ਆਪਣੇ ਢਿੱਡ ਨਾਲ ਲਾ ਲੈਂਦੀ। ਦਿਨੋਂ ਦਿਨ ਘਰ ਵਿੱਚ ਮਾਂ ਦਾ ਮੇਰੇ ਨਾਲ ਵਿਤਕਰਾ ਵੱਧ ਰਿਹਾ ਸੀ। ਮੈਂ ਗ੍ਰੈਜੂਏਸ਼ਨ ਕਰ ਲਈ। ਅੱਗੋਂ ਕੋਈ ਨੌਕਰੀ ਦਾ ਰਾਹ ਤੇ ਦਿਸਦਾ ਨਹੀਂ ਸੀ। ਮੈਂ ਖੇਤੀ ਕਰਨ ਲੱਗ ਪਿਆ। ਮਿੱਟੀ ਨਾਲ ਮਿੱਟੀ ਹੋਣ ਲੱਗਾ। ਖੇਤ ਨੂੰ ਮੇਰੇ ਪਿੱਛੇ ਕਈ ਦਿਨ ਰੋਟੀ ਨਾ ਆਉਂਦੀ। ਮੈਂ ਖੂਹ ਤੇ ਹੀ ਸੌਂਦਾ, ਉੱਥੇ ਹੀ ਕੰਮ ਕਰੀ ਜਾਂਦਾ। ਇੰਨਾ ਕਲੇਸ਼ ਵੱਧ ਗਿਆ ਸੀ। ਮੈਂ ਕਈ ਦਿਨ ਘਰ ਨਾ ਵੜਿਆ। ਭੁੱਖਣ ਭਾਣਾ ਮੋਟਰ ਤੇ ਹੀ ਪਿਆ ਰਿਹਾ। ਹੁਣ ਮੈਂ ਘਰ ਨਹੀਂ ਮੁੜ ਸਕਦਾ ਸੀ। ਮੇਰੇ ਉੱਤੇ ਆਤਮ ਹੱਤਿਆ ਦਾ ਭੂਤ ਭਾਰੂ ਹੋ ਗਿਆ ਸੀ। ਮੇਰੇ ਦਾਦਾ ਦਾਦੀ ਨੂੰ ਪਿੰਡ ਆ ਕੇ ਕਿਸੇ ਨੇ ਖਬਰ ਦਿੱਤੀ। ਉਹ ਮੁੜ ਮੈਨੂੰ ਆਪਣੇ ਘਰ ਲੈ ਆਏ, ਜਿੱਥੇ ਮੇਰੀ ਦਾਦੀ ਨੇ ਮੈਨੂੰ ਲੋਰੀਆਂ ਦੇ ਕੇ ਪਾਲਿਆ ਸੀ। ਮੁੰਡੇ ਚੁੱਕ ਕੇ ਦਾਦੇ ਨੇ ਖਿਡਾਇਆ ਸੀ। ਮੇਰੇ ਮਾਂ-ਪਿਓ ਦਾ ਮੇਰੇ ਨਾਲ ਇੱਟ ਕੁੱਤੇ ਦਾ ਬੈਰ ਸੀ। ਮੇਰੀ ਖਾਤਰ ਦੋਹਾਂ ਪਰਿਵਾਰਾਂ 'ਚ ਲੜਾਈ ਵੱਧਦੀ ਰਹੀ। ਦੋਵੇਂ ਪਰਿਵਾਰ ਟੁੱਟ ਗਏ। ਟੁੱਟ ਤਾਂ ਉਦੋਂ ਹੀ ਗਏ ਸਨ ਜਦੋਂ ਮੇਰੇ ਪਿਓ ਨੇ ਜ਼ਮੀਨ ਦੀ ਵੰਡ ਕਰਵਾ ਲਈ ਸੀ। 20 ਵਰ੍ਹੇ ਪਹਿਲਾਂ ਮੇਰਾ ਮਾਮਾ ਕੈਨੇਡਾ ਚਲਿਆ ਗਿਆ ਸੀ। ਉਹਨੂੰ ਆਪਣੀ ਭੈਣ ਦਾ ਚੇਤਾ ਆਉਂਦਾ। ਘੁੱਟ ਵੱਧ ਪੀਤੀ ਤੇ ਮੈਨੂੰ ਫੋਨ ਕਰ ਲੈਂਦਾ ਸੀ। ਦਿਨੋਂ ਦਿਨ ਖੇਤੀ ਮਹਿੰਗੀ ਹੋ ਰਹੀ ਸੀ। ਲਾਗਤ ਵੱਧ ਆਉਂਦੀ, ਬਚਦਾ ਕੁਝ ਵੀ ਨਾ। ਰਾਤ ਦਿਨ ਇੱਕ ਕਰਦਾ, ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਜੱਟ ਦੀ ਤਾਂ ਜੂਨ ਹੀ ਬੁਰੀ ਆ।
ਪਹਿਲਾਂ ਖੇਤਾਂ ਵਿੱਚ ਮਰਨਾ, ਫਿਰ ਮੰਡੀਆਂ ਵਿੱਚ ਰੁਲਣਾ, ਅਗਲੀ ਵੱਤ ਤੇ ਫਿਰ ਖੇਤ ਬੀਜ ਦੇਣੇ। ਮੇਰੇ ਮਾਮੇ ਨੇ ਵਾਸਤੇ ਪਾਏ ਮੈਂ ਉਹਨੂੰ ਹਾਂ ਕਰ ਦੇਵਾਂ। ਉਹਨੇ ਮੇਰੇ ਲਈ ਕੁੜੀ ਵੇਖੀ ਆ, ਟੱਬਰ ਬੜਾ ਚੰਗਾ ਹੈ। ਮਾਮਾ ਆਖਦਾ, ਮੈਂ ਸਾਰੀ ਛਾਣਬੀਣ ਕਰ ਲਈ ਆ, ਅਜਿਹੇ ਬੰਦੇ ਮਿਲਣੇ ਨਹੀਂ। ਪੁੱਤਰਾ ਹਾਂ ਕਰ ਦੇ, ਇੱਕ ਵਾਰੀ ਮੈਂ ਫੋਟੋ ਭੇਜਦਾ। ਮਾਮੇ ਨੇ ਮੇਰੀ ਇੱਕ ਨਾ ਸੁਣੀ, ਉਹਨੇ ਮੈਨੂੰ ਫੋਟੋ ਭੇਜ ਦਿੱਤੀ। ਮੈਂ ਆਖਦਾ, ਮੈਨੂੰ ਇੱਕ ਵਾਰੀ ਕੁੜੀ ਤਾਂ ਵਿਖਾ ਦੇ। ਮਾਮਾ ਅੱਗਿਓਂ ਉੱਤਰ ਦਿੰਦਾ, ਕੁੜੀ ਵੇਖ ਕੇ ਤਾਂ ਭੁੱਖ ਲੈਂਦੀ ਆ, ਕੁੜੀਆਂ ਵਰਗੀ ਹੀ ਕੁੜੀ ਆ। ਮੇਰੇ ਕਹਿਣ ਦੇ ਬਾਵਜੂਦ ਵੀ ਮੈਨੂੰ ਕੁੜੀ ਨਾ ਵਿਖਾਈ। ਕੁਝ ਹੀ ਦਿਨਾਂ 'ਚ ਮਾਮਾ ਕੁੜੀ ਵਾਲਿਆਂ ਦੇ ਸ਼ਗਨ ਦੇ ਆਇਆ, ਮੈਨੂੰ ਫੋਟੋ ਭੇਜ ਦਿੱਤੀ। ਕੁੜੀ ਦੀ ਫੋਟੋ ਤਾਂ ਸੋਹਣੀ ਸੀ। ਮੇਰੀ ਬਣਨ ਵਾਲੀ ਘਰ ਵਾਲੀ ਸਮੇਤ ਸਾਰਾ ਟੱਬਰ ਇੰਡੀਆ ਆ ਗਿਆ। ਵੱਡੇ ਸਾਰੇ ਪੈਲੇਸ ਵਿੱਚ ਮੇਰੇ ਵਿਆਹ ਦਾ ਅਡੰਬਰ ਰਚਿਆ ਗਿਆ। ਬਾਜਾ ਵੱਜ ਰਿਹਾ ਸੀ। ਮੇਰੇ ਯਾਰ ਦੋਸਤ ਭੰਗੜੇ ਪਾਉਂਦੇ, ਪੂਰਾ ਹਾਲ ਖੁਸ਼ੀਆਂ ਦੇ ਮਾਹੌਲ ਵਿੱਚ ਸੀ। ਜਦੋਂ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਤਾਂ ਪਾਠੀ ਨੇ ਸੰਬੋਧਨ ਕੀਤਾ, ਲਾਵਾਂ ਦਾ ਪਾਠ ਬੈਠ ਕੇ ਹੀ ਸੁਭਾਗੀ ਜੋੜੀ ਸਰਵਣ ਕਰੇ। ਲਾਵਾਂ ਦਾ ਪਾਠ ਬੈਠ ਕੇ ਹੀ ਸੁਭਾਗੀ ਜੋੜੀ ਸਰਵਣ ਕਰੇ। ਉਸੇ ਵੇਲੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਪੈਲੇਸ ਛੱਡ ਕੇ ਭੱਜ ਜਾਣਾ ਚਾਹੁੰਦਾ ਸੀ, ਪਰ ਮੇਰੇ ਗਲ 'ਚ ਜੰਜੀਰਾਂ ਪਈਆਂ ਹੋਈਆਂ ਸਨ। ਰਿਸ਼ਤੇਦਾਰੀ ਦੀਆਂ, ਨੱਕ ਦੀਆਂ, ਪਿੰਡ ਦੇ ਲੋਕਾਂ ਦੀਆਂ। ਮੈਂ ਬੋਟੀ ਹੱਥੋਂ ਪੱਲਾ ਛੁਡਾ ਕੇ ਭੱਜ ਜਾਣਾ ਚਾਹੁੰਦਾ ਸੀ, ਪਰ ਭੱਜ ਨਾ ਸਕਿਆ। ਮੇਰੀ ਘਰਵਾਲੀ ਦੀ ਇੱਕ ਲੱਤ ਵਿੱਚ ਨੁਕਸ ਸੀ, ਉਹ ਸਿੱਧਾ ਤੁਰ ਨਹੀਂ ਸੀ ਸਕਦੀ। ਉਹਦੀ ਇਹ ਨਕਾਰਾ ਲੱਤ ਹੀ ਮੇਰੇ ਲਈ ਕੈਨੇਡਾ ਦਾ ਜਹਾਜ਼ ਬਣੀ। ਮਾਮਾ ਆਖਦਾ ਸੀ, ਇੱਕ ਵਾਰੀ ਕੈਨੇਡਾ ਚਲਿਆ ਜਾ, ਸਿਟੀਜ਼ਨਸ਼ਿਪ ਲੈ ਲਾ, ਫਿਰ ਤੇਰੀ ਮਰਜ਼ੀ, ਜੋ ਮਰਜ਼ੀ ਕਰੀ, ਮੈਂ ਨਹੀਂ ਤੈਨੂੰ ਕੁਝ ਵੀ ਕਹਿਣਾ। ਮੈਂ ਕੈਨੇਡਾ ਪਹੁੰਚ ਗਿਆ। ਮੇਰੀ ਬੇਚੈਨੀ ਵੱਧਦੀ ਗਈ। ਕਈ ਵਾਰੀ ਮੇਰੇ ਮਨ 'ਚ ਆਉਂਦਾ, ਮੈਂ ਹੁਣ ਪੱਕਾ ਹੋ ਗਿਆ, ਹੁਣ ਇਹਨੂੰ ਛੱਡ ਦੇਣਾ ਹੈ, ਮੇਰਾ ਮਤਲਬ ਨਿਕਲ ਗਿਆ ਹੈ। ਮੈਨੂੰ ਮੋਟਰ ਵਾਲੀ ਪ੍ਰੀਤੀ ਯਾਦ ਆਉਂਦੀ। ਕਈ ਦਿਨ ਮੈਂ ਬੇਚੈਨ ਰਹਿੰਦਾ। ਕੋਈ ਨਾ ਕੋਈ ਮੇਮ ਮੈਨੂੰ ਟੱਕਰ ਜਾਂਦੀ। ਮੈਨੂੰ ਸਮਝ ਨਾ ਆਉਂਦੀ ਮੇਰੇ ਅੰਦਰ ਕਿੰਨੀਆਂ ਕੁ ਪਰਤਾਂ ਹਨ। ਮੇਰੇ ਅੰਦਰ ਜਵਾਹਰ ਭਾਟਾ ਉੱਠਿਆ ਰਹਿੰਦਾ। ਮੈਂ ਆਪਣੀ ਘਰਵਾਲੀ ਨਾਲ ਕੈਨੇਡਾ ਘੁੰਮਦਾ। ਉਹ ਕਈ ਵਰਿਆਂ ਦੀ ਉੱਥੇ ਰਹਿ ਰਹੀ ਸੀ। ਉਹ ਵੀ ਵਾਹਵਾ ਮਿਹਨਤ ਕਰਦੀ। ਰੱਬ ਨੇ ਸੁੱਖ ਨਾਲ 2 ਬੱਚੇ ਦੇ ਦਿੱਤੇ ਸਨ। ਪਰਿਵਾਰ ਹੱਸਦਾ ਵਸਦਾ ਖੇਡਦਾ ਸੀ। ਮੈਂ ਹੁਣ ਪਿੰਡ ਛੇਤੀ ਗੇੜਾ ਮਾਰਨ ਲੱਗ ਪਿਆ ਹਾਂ। ਪੁਰਾਣੇ ਰਸਤੇ, ਪੁਰਾਣੇ ਮਿੱਤਰ ਤੇ ਰਿਸ਼ਤੇਦਾਰੀਆਂ ਭਾਲਦਾ ਹਾਂ। ਹੁਣ ਉਹ ਪਹਿਲਾਂ ਵਾਲੀ ਕੋਈ ਵੀ ਗੱਲ ਨਹੀਂ ਰਹੀ। ਮੇਰੀ ਦਾਦੀ ਹਰੇਕ ਵਾਰੀ ਜਾਣ ਲੱਗੇ ਤੇ ਰੋਂਦੀ ਆ। ਮੇਰੇ ਜਾਣ ਮਗਰੋਂ ਕਈ ਦਿਨ ਰੋਟੀ ਨਹੀਂ ਖਾਂਦੀ। ਆਖਦਾ ਹਾਂ, ਕੈਨੇਡਾ ਚੱਲ, ਉੱਥੇ ਜਾ ਕੇ ਵੀ ਰਾਜੀ ਨਹੀਂ। ਆਖੇ ਮੈਂ ਤਾਂ ਆਪਣੀ ਮਿੱਟੀ 'ਚ ਹੀ ਮਰਨਾ। ਮੇਰਾ ਪਿਓ ਹਰ ਵਾਰ ਆਏ ਨੂੰ ਮਿਲਦਾ ਹੈ। ਮੈਂ ਉਹਨੂੰ ਵੇਖਦਾ ਹਾਂ, ਅੱਗੋਂ ਲੰਘ ਜਾਂਦਾ ਹੈ। ਮੈਨੂੰ ਉਹ ਵਿਆਹ ਵਾਲਾ ਦਿਨ ਯਾਦ ਆ ਜਾਂਦਾ ਹੈ। ਉਹ ਮੇਰੇ ਵਿਆਹ ਤੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਨਾਲ ਨਹੀਂ ਸੀ ਤੁਰਿਆ। ਇੱਕ ਦਿਨ ਮੈਨੂੰ ਉਹ ਰਸਤੇ 'ਚ ਮਿਲਿਆ ਤੇ ਮੈਨੂੰ ਰੋਕ ਲਿਆ। ਤੂੰ ਕਾਕਾ ਘਰ ਮੁੜ ਆ, ਬੇਗਾਨੇ ਘਰ ਆਉਂਦਾ ਚੰਗਾ ਨਹੀਂ ਲੱਗਦਾ। ਤੇਰਾ ਭਰਾ ਨਸ਼ਿਆਂ ਨੇ ਅੰਦਰੋਂ ਖਾ ਲਿਆ, ਉਹਨੂੰ ਆ ਕੇ ਸਮਝਾ। ਮੇਰੀ ਮਾਂ ਮੇਰੀ ਘਰਵਾਲੀ ਨੂੰ ਬੜੀ ਟੇਢੀ ਅੱਖ ਨਾਲ ਤੱਕਦੀ ਆ। ਮੇਰੀ ਮਾਂ ਨੂੰ ਮੇਰੀ ਧੀਮੀ ਇਸ ਕਰਕੇ ਚੰਗੀ ਨਹੀਂ ਲੱਗਦੀ ਕਿਉਂਕਿ ਉਹਨੇ ਮੈਨੂੰ ਕੈਨੇਡਾ ਪਹੁੰਚਾਇਆ ਹੈ। ਘਰ ਦੇ ਨਾਲ ਲੱਗਦੀ ਜਗ੍ਹਾ ਵੀ ਮੈਂ ਇਸ ਵਾਰੀ ਵੱਧ ਮੁੱਲ ਦੇ ਕੇ ਲੈ ਲਈ ਹੈ। ਕੋਠੀ ਪਿੰਡ ਪਾਉਣੀ ਸ਼ੁਰੂ ਕਰ ਦਿੱਤੀ ਹੈ। ਘਰ ਪ੍ਰਾਹੁਣਿਆਂ ਦੀ ਚਹਿਲ ਪਹਿਲ ਹੈ। ਇਕੱਠੇ 25 ਕਿੱਲੇ ਖਰੀਦਣੇ ਚਾਹੁੰਦਾ ਹਾਂ। ਇੱਕੋ ਜਗ੍ਹਾ ਟੱਕ ਮਿਲ ਨਹੀਂ ਰਿਹਾ ਅਜੇ। ਮੇਰੀ ਮਾਂ ਦਰਵਾਜ਼ਾ ਖੋਲ ਕੇ ਅੰਦਰ ਵੜਦੀ ਹੈ। ਵੇ ਪੁੱਤ, ਮੇਰੇ ਨਾਲ ਜਲਦੀ ਚੱਲ। ਤੇਰਾ ਪਾਪਾ ਤੇ ਭਰਾ ਜ਼ਮੀਨ ਦਾ ਕਬਜ਼ਾ ਲੈਣ ਗਏ ਆ। ਜ਼ਮੀਨ ਮੁੱਲ ਲਈ ਸੀ, ਉਹ ਨਾਲ ਦੇ ਪਿੰਡ ਵਾਲਿਆਂ ਨੇ ਵਾਹ ਲਈ। ਤੇਰੇ ਭਰਾ ਨਾਲ ਹੋਰ ਵੀ ਮੁੰਡੇ ਆ,
ਪਰ ਦੂਜੇ ਪਿੰਡ ਵਾਲੇ ਗਿਣਤੀ 'ਚ ਵੱਧ ਆ। ਮਾਂ ਮੈਨੂੰ ਤਰਲੇ ਪਾ ਰਹੀ ਹੈ, ਮੇਰੀਆਂ ਮਿੰਨਤਾਂ ਕਰ ਰਹੀ ਹੈ। ਮੇਰਾ ਵੀ ਖੂਨ ਪੰਗਰ ਜਾਂਦਾ ਹੈ। ਮੇਰੀ ਮਾਂ ਮੇਰੇ ਪਿੱਛੇ ਮੋਟਰਸਾਈਕਲ ਤੇ ਬੈਠੀ ਖੇਤਾਂ ਵੱਲ ਨੂੰ ਵਧ ਰਹੀ ਹੈ। ਉਹ ਅਜੇ ਹੇਠਾਂ ਹੀ ਉਤਰਦੀ ਹੈ। 5-7 ਬੰਦੇ ਮੇਰੇ ਤੇ ਇਕੱਠੇ ਹੀ ਵਾਰ ਕਰਦੇ ਹਨ ਤੇ ਮੈਂ ਥਾਂ ਹੀ ਢੇਰੀ ਹੋ ਜਾਂਦਾ ਹਾਂ। ਸਾਥੀਓ, ਤੁਸੀਂ ਹੁਣੇ ਹੀ ਆਨੰਦ ਮਾਣਿਆ ਮੇਰੀ ਲਿਖਤ ਕਹਾਣੀ ਮੇਰੇ ਹਿੱਸੇ ਦੀ ਮਿੱਟੀ। ਸੋ ਉਮੀਦ ਕਰਦੇ ਹਾਂ ਇਹ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤੁਸੀਂ ਕਹਾਣੀ ਸੁਣਨ ਲਈ ਸਮਾਂ ਦਿੱਤਾ, ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।